ਜਦੋਂ ਬੀਤੇ ਦੌਰ ਵਿੱਚ ਇਤਰਾਜ਼ ਕੀਤਾ ਜਾਂਦਾ ਸੀ ਕਿ ਆਰੀਆ ਸਮਾਜ ਦੇ ਅਸਰ ਹੇਠ ਕਿਉਂ ਤੁਸੀਂ ਆਪਦੀ ਬੋਲੀ ਹਿੰਦੀ ਲਿਖਵਾ ਰਹੇ ਹੋ, ਤਾਂ ਜਿਹੜੇ ਝੁੱਡੂ ਕਹਿੰਦੇ ਸੀ ਐਡੀ ਇਹਦੇ ਨਾਲ ਕੀ ਹੋ ਜੂ। ਹੁਣ ਉਹ ਸਾਰੇ ਮੰਨਦੇ ਆ ਕਿ ਸਾਡੀ ਉਹ ਗਲਤੀ ਸੀ। ਪੰਜਾਬ ਦੀ ਧਰਤੀ ਦੇ ਉਹ ਟੁਕੜੇ ਜਿਹੜੇ ਪੰਜਾਬ ਤੋਂ ਵੱਖਰੇ ਹੋ ਗਏ ਨੇ, ਹਿਮਾਚਲ ਅਤੇ ਹਰਿਆਣਾ, ਉੱਥੇ ਦੇਖੋ ਪੰਜਾਬੀ ਬੋਲੀ ਦਾ ਕੀ ਹਾਲ ਹੈ। ਉੱਥੇ ਦੇਖੋ ਸਿੱਖ ਸੱਭਿਆਚਾਰ ਦਾ, ਸਿੱਖ ਸਿਵਲਾਈਜੇਸ਼ਨ ਦਾ ਕੀ ਹਾਲ ਹੈ। ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਗਿਆ, ਉਹ ਸਾਡੇ ਪੰਜਾਬੀਆਂ ਦੀ ਧਰਤੀ ਹੈ। ਪਰ ਪੰਜਾਬੀ, ਇੱਥੋਂ ਦੇ ਮੂਲ ਵਾਸੀ, ਇੱਥੋਂ ਦੇ ਸਥਾਨਕ ਲੋਕ ਅੱਜ ਚੰਡੀਗੜ੍ਹ ਦੇ ਵਿੱਚ ਬੌਂਦਲੇ ਜੇ ਫਿਰਦੇ। ਹਾਲਾਤ ਇਹ ਨੇ ਕਿ ਬਿਹਾਰ ਤੇ ਹੋਰਨਾਂ ਸੂਬਿਆਂ ਦੇ ਲੋਕ ਚੰਡੀਗੜ੍ਹ ਚ ਆ ਕੇ ਰਹਿਣ ਲੱਗ ਪਏ। ਉਹਦੀ ਸੋਚ, ਉਹਦਾ ਸੋਚਣ ਦਾ ਢੰਗ, ਸਭ ਕੁਝ ਹੀ ਇਉਂ ਆ ਵੀ ਅਸੀਂ ਤਾਂ ਹਾਕਮਾਂ ਦੀ ਕੁੱਲ ਚੋਂ ਆ, ਤੁਸੀਂ ਗੁਲਾਮਾਂ ਦੀ ਕੁੱਲ ਚੋਂ। ਸੋ ਪੂਰੇ ਚੰਡੀਗੜ੍ਹ ਦਾ ਅੱਜ ਦਾ ਜਿਹੜਾ ਨਕਸ਼ਾ ਹੈ ਉਹ ਇਹ ਆ ਵੀ ਉੱਥੇ ਜੇਕਰ ਕੋਈ ਪੰਜਾਬੀ ਬੰਦਾ ਜਾਵੇ, ਉਹਨੂੰ ਪੰਜਾਬੀ ਬੋਲਣ ਤੋਂ ਔਖ ਲੱਗਦੀ ਆ, ਕਿਉਂਕਿ ਉੱਥੇ 99% ਬਾਹਰਲਿਆਂ ਦਾ ਕਬਜ਼ਾ ਹੈ। ਇਸ ਮੌਕੇ ਚੰਡੀਗੜ੍ਹ ਵਾਲਾ ਮਾਡਲ ਪੂਰੇ ਪੰਜਾਬ 'ਚ ਲਾਗੂ ਹੋ ਰਿਹਾ ਹੈ। ਜਿੰਨੇ ਵੱਡੇ ਸ਼ਹਿਰ ਨੇ ਉੱਥੇ ਪੂਰੇ ਪੰਜਾਬ ਦੇ ਵਿੱਚ ਬਾਹਰਲਿਆਂ ਦੀ ਆਬਾਦੀ ਵੱਧ ਰਹੀ ਆ ਤੇ ਸਾਡੇ ਮੂਲ ਵਾਸੀ ਪੰਜਾਬੀਆਂ ਦੀ, ਸਥਾਨਕ ਲੋਕਾਂ ਦੀ, ਸਿੱਖਾਂ ਦੀ ਆਬਾਦੀ ਘਟ ਰਹੀ। ਸਾਡੇ ਪੰਜਾਬੀ ਬੋਲਣ ਵਾਲਿਆਂ ਦੀ ਜਦੋਂ ਆਬਾਦੀ ਹੀ ਘਟੂ ਤੇ ਹਿੰਦੀ ਬੋਲਣ ਵਾਲਿਆਂ ਦੀ ਆਬਾਦੀ ਹੀ ਜਦੋਂ ਵਧੂ, ਤਾਂ ਇਸ ਖਿੱਤੇ ਦੇ ਵਿੱਚ ਜਿਹੜਾ ਆਪਾਂ ਪੰਜਾਬੀ ਸੂਬਾ ਬਣਾਇਆ ਸੀ ਪੰਜਾਬੀ ਬੋਲੀ ਦੇ ਆਧਾਰ ਤੇ, ਉਹਦਾ ਕੋਈ ਅਰਥ ਰਹਿ ਗਿਆ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰੇ ਦੀ ਯਾਦ ਵਿੱਚ ਦੁਨੀਆ ਭਰ ਦੇ ਵਿੱਚ ਪ੍ਰੋਗਰਾਮਾਂ ਦੀ ਲੜੀ, ਸਮਾਗਮਾਂ ਦੀ ਲੜੀ ਚੱਲ ਰਹੀ ਆ, ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਆ। ਨਾਲ ਦੀ ਨਾਲ ਜਿਹੜੀ ਸਾਡੀ ਹੁਣ ਜਵਾਨ ਹੋ ਰਹੀ ਪੀੜ੍ਹੀ ਹੈ, ਉਹਦੇ ਸਾਹਮਣੇ ਅੱਜ ਦੇ ਹਾਲਾਤਾਂ ਦੇ ਉੱਤੇ ਚਰਚਾ ਕਰਦਿਆਂ ਸਾਡੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਬਾਰੇ ਅਹਿਦ ਕਰਦਿਆਂ ਜਿਸ ਤਰੀਕੇ ਦੇ ਨਾਲ ਕੌਮੀ ਫਰਜ਼ ਨਿਭਾਏ ਜਾ ਰਹੇ ਨੇ, ਇਹ ਬੜਾ ਚੰਗਾ ਹੈ। ਮੈਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ ਕਿ ਬੀਤੇ 40-42 ਸਾਲਾਂ ਦੇ ਵਿੱਚ ਸਾਡੀ ਕੌਮ ਦਾ ਸੰਘਰਸ਼ ਦਿਨੋਂ ਦਿਨ ਤੇਜ਼, ਮਜ਼ਬੂਤ ਤੇ ਤਿੱਖਾ ਹੁੰਦਾ ਜਾ ਰਿਹਾ। ਇੱਕ ਵੇਲਾ ਉਹ ਸੀ ਜਦੋਂ ਖਾਲਿਸਤਾਨ ਦਾ ਨਾਂ ਸੁਣ ਕੇ ਹੀ ਬੰਦੇ ਕਹਿੰਦੇ ਸੀ ਵੀ ਐਵੇਂ 4 ਜਣੇ ਤੁਰੇ ਫਿਰਦੇ। ਪਰ 1984 ਦੇ ਦਰਬਾਰ ਸਾਹਿਬ ਉੱਤੇ ਹਮਲੇ ਮਗਰੋਂ, ਘੱਲੂਘਾਰੇ ਮਗਰੋਂ ਸਾਡੀ ਕੌਮ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਸਮਝ ਲੱਗ ਗਈ ਕਿ ਆਪਣਾ ਕੌਮੀ ਘਰ ਖਾਲਿਸਤਾਨ ਬਣਾਏ ਬਗੈਰ ਗੁਜ਼ਾਰਾ ਨਹੀਂ। ਪਰ ਰਹਿੰਦੀ ਕਸਰ ਪੂਰੀ ਕੀਤੀ ਨਵੰਬਰ 1984 ਦੇ ਕਤਲੇਆਮ ਨੇ। ਤੇ ਹੁਣ ਬੀਤੇ ਦੌਰ ਦੀਆਂ ਜਦੋਂ ਆਪਾਂ ਘਟਨਾਵਾਂ ਦੇ ਉੱਤੇ ਚਰਚਾ ਕਰਦੇ ਹਾਂ, ਤਾਂ ਹਰੇਕ ਸਿੱਖ ਕੋਲ ਆਪਣਾ ਇੱਕ ਨਿੱਜੀ ਤਜਰਬਾ, ਐਕਸਪੀਰੀਅੰਸ ਆ, ਜਿਹਦੀ ਗੱਲ ਸੁਣਾ ਕੇ ਉਹ ਕਹਿੰਦਾ ਹੈ ਕਿ ਜੇ ਆਹ ਗੱਲ ਨਾ ਵਾਪਰਦੀ ਤਾਂ ਮੈਂ ਅਜੇ ਤੱਕ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਨਾ ਸੀ। ਖੈਰ, ਜਿਹੜੇ ਸਿੱਖਾਂ ਦੀ ਅੱਖ ਖੁੱਲ ਚੁੱਕੀ ਹੈ, ਜਿਹੜੇ ਸਿੱਖ ਆਜ਼ਾਦੀ ਸੰਘਰਸ਼ ਦੇ ਹੱਕ ਵਿੱਚ ਖੜੇ ਹੈ, ਉਨੇ ਹੀ ਜਾਂ ਉਵੇਂ ਦੇ ਹੀ ਬਹੁਤ ਸਾਰੇ ਭਰਾ ਅਜੇ ਵੀ
ਭਾਰਤ ਮਾਤਾ ਕੀ ਜੈ ਕਹਿਣ ਵਾਲੇ ਹੈਗੇ, ਆਪਾਂ ਅਰਦਾਸ ਕਰਿਆ ਕਰੀਏ ਕਿ ਇਹਨਾਂ ਨੂੰ ਕੋਈ ਉਹੋ ਜਿਹਾ ਮਾੜਾ ਤਜਰਬਾ ਨਾ ਹੋਵੇ ਜਿਹੋ ਜਿਹਾ ਸਾਡੇ ਭਰਾਵਾਂ ਨੂੰ ਹੋਇਆ। ਨਵੰਬਰ 84 ਤੋਂ ਪਹਿਲਾਂ ਬਹੁਤ ਸਾਰੇ ਭਰਾ ਇਹੀ ਸੋਚਦੇ ਰਹਿ ਗਏ ਕਿ ਜੂਨ 1984 ਨੂੰ ਦਰਬਾਰ ਸਾਹਿਬ ਦੇ ਵਿੱਚ ਸਾਡੀ ਕੌਮ ਦੀਆਂ ਗਲਤੀਆਂ ਸੀ। ਇੰਡੀਅਨ ਸਟੇਟ ਨੇ ਤਾਂ ਬੜਾ ਮਜਬੂਰ ਹੋ ਕੇ, ਬੜੇ ਔਖੇ ਹੋ ਕੇ ਹਮਲਾ ਕੀਤਾ ਹੋਣਾ ਹੈ। ਇਹੋ ਜਿਹੀਆਂ ਬਾਤਾਂ ਪਾਉਣ ਵਾਲੇ ਸਾਡੀ ਕੌਮ ਦੇ ਸਿਆਸੀ ਭਲਵਾਨ, ਵਿਦਵਾਨ ਤੇ ਹੋਰ ਕਈ ਲੱਲੜ ਪੱਲੜ ਨੇ ਬੜਾ ਮਾਹੌਲ ਸਿਰਜਿਆ ਕਿ ਜੀ ਹੋਰ ਸਰਕਾਰ ਕੀ ਕਰਦੀ। ਖੈਰ 1984 ਦੇ ਨਵੰਬਰ ਮਹੀਨੇ ਜਦੋਂ ਉਹਨਾਂ ਸਿੱਖਾਂ ਉੱਤੇ ਕਹਿਰ ਢਾਇਆ ਗਿਆ, ਉਹ ਕਹਿੰਦੇ ਵੀ ਸਾਨੂੰ ਤਾਂ ਇਹ ਲੋਕ ਬੇਵਕੂਫ ਬਣਾ ਰਹੇ ਆ, ਜਿਹੜੇ ਕਹਿੰਦੇ ਆ ਕਿ ਜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਨਾ ਬੈਠੇ ਹੁੰਦੇ ਕਾਹਨੂੰ ਹਮਲਾ ਹੁੰਦਾ। ਸਾਡੇ ਕੋਲੇ ਕਿਹੜੇ ਹਥਿਆਰ ਸੀ ਹੁਣ ਦਿੱਲੀ 'ਚ ਜੋ ਸਾਡੇ ਨਾਲ, ਜਾਂ ਭਾਰਤ ਵਿੱਚ ਜੋ ਸਾਡੇ ਨਾਲ ਵਾਪਰਿਆ। ਖੈਰ ਅਸੀਂ ਨਹੀਂ ਚਾਹੁੰਦੇ ਕਿ ਅੱਜ ਕੋਈ ਇਹੋ ਜਿਹਾ ਭਾਣਾ ਵਾਪਰੇ, ਸਿੱਖਾਂ ਦੇ ਗਲਾਂ 'ਚ ਟਾਇਰ ਪੈਣ, ਬੱਚੀਆਂ ਨਾਲ ਮਾੜਾ ਹੋਵੇ ਤੇ ਸਾਡੀ ਕੌਮ ਦਾ ਘਾਣ ਹੋਵੇ ਤੇ ਫਿਰ ਸਿੱਖਾਂ ਦੀ ਅੱਖ ਖੁੱਲੇ ਜਿਹੜੇ ਅਜੇ ਵੀ ਭਾਰਤ ਮਾਤਾ ਕੀ ਜੈ ਕਹਿ ਰਹੇ। ਪਰ ਇਹ ਗੱਲ ਪੱਕੀ ਆ ਕਿ ਜਿਹੜੀ ਗੁਲਾਮੀ ਹੈ, ਜੇ ਸਿੱਧੀ ਗੁਲਾਮੀ ਹੋਵੇ, ਜਿਵੇਂ ਅੰਗਰੇਜ਼ਾਂ ਦਾ ਜਾਂ ਮੁਸਲਮਾਨਾਂ ਦਾ ਜਦੋਂ ਰਾਜ ਭਾਗ ਸੀ, ਤਾਂ ਆਪਾਂ ਨੂੰ ਸਾਫ਼ ਦਿਖਦਾ ਸੀ ਕਿ ਇਹ ਹੋਰ ਨੇ ਤੇ ਅਸੀਂ ਹੋਰ। ਪਰ ਜਿਹੜੀ ਹਿੰਦੂ ਦੀ ਗੁਲਾਮੀ ਆ, ਇਹ ਬੜੀ ਅਜੀਬੋ ਗਰੀਬ ਜੀ, ਬੜੀ ਕੰਪਲੀਕੇਟਡ ਜੀ ਹੈ। ਜਿਹੜੀ ਗੁਲਾਮੀ ਦੇ ਵਿੱਚ ਗੁਲਾਮ ਨੂੰ ਪਤਾ ਹੀ ਨਾ ਲੱਗਣ ਦਿੱਤਾ ਜਾਵੇ ਤੇ ਹੌਲੀ ਹੌਲੀ ਉਹਦੇ ਕੋਲੋਂ ਸਾਰਾ ਕੁਝ ਖੋਹ ਲਿਆ ਜਾਵੇ। ਜਿਵੇਂ ਸਾਡੀ ਬੋਲੀ ਸਾਡੇ ਕੋਲੋਂ ਖੋਹੀ ਜਾ ਰਹੀ ਆ, ਪੰਜਾਬੀ ਬੋਲੀ, ਗੁਰਮੁਖੀ ਬੋਲੀ ਮਰਦੀ ਜਾ ਰਹੀ। ਹੁਣ ਜਿਹੜੇ ਭਾਰਤ ਮਾਤਾ ਦੇ ਲਾਲ ਨੇ, ਉਹਨਾਂ ਨੂੰ ਕਦੇ ਤੁਸੀਂ ਸਿੱਖ ਵਿਦਵਾਨਾਂ ਦੀਆਂ, ਖੋਜ ਕਰਨ ਵਾਲਿਆਂ ਦੀਆਂ ਜਾਂ ਹੋਰ ਲੋਕਾਂ ਦੀਆਂ ਰਿਪੋਰਟਾਂ ਦਿਖਾਓ, ਉਹ ਕਹਿਣਗੇ ਜੀ ਸਿੱਖ ਆਪ ਹੀ ਨਹੀਂ ਇਸ ਪਾਸੇ ਧਿਆਨ ਦਿੰਦੇ, ਇਹਦੇ 'ਚ ਸਰਕਾਰ ਦਾ ਕੀ ਰੋਲ ਆ। ਜੇਕਰ ਅਸੀਂ ਆਪਦੇ ਨਿਆਣਿਆਂ ਨੂੰ ਹਿੰਦੀ ਬੋਲਣ ਵਾਲੇ ਜਾਂ ਅੰਗਰੇਜ਼ੀ ਬੋਲਣ ਵਾਲੇ ਸਕੂਲਾਂ 'ਚ ਪੜ੍ਹਾਉਂਦੇ ਆ, ਤਾਂ ਸਾਡੀ ਬੋਲੀ ਨੂੰ ਖਤਰਾ। ਕੌਣ ਕਹਿੰਦਾ ਵੀ ਨਾ ਬੋਲੀ ਪੰਜਾਬੀ ਬੋਲੋ? ਇਹ ਭਾਰਤ ਮਾਤਾ ਦੇ ਲਾਡਲਿਆਂ ਦੀ, ਵਿਚਾਰਿਆਂ ਦੀ ਸੁਰਤ ਵਾ। ਪਰ ਇੰਡੀਅਨ ਸਟੇਟ ਸਿੱਖ ਸੱਭਿਆਚਾਰ ਨੂੰ ਖਤਮ ਕਰਨ ਤੇ ਜਿਵੇਂ ਤੁਲੀ ਹੋਈ ਹੈ, ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਤੇ ਸਿੱਖਾਂ ਦੀ ਆਬਾਦੀ ਘਟਾਉਣ ਦਾ ਤੇ ਗੈਰ ਸਿੱਖਾਂ ਦੀ ਆਬਾਦੀ ਵਧਾਉਣ ਦਾ ਚੱਲ ਰਿਹਾ ਹੈ ਚੱਕਰ, ਉਹ ਸਭ ਦੇ ਸਾਹਮਣੇ। ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ, ਜਿਹੜੀ ਪੰਥ ਦੀ ਧਰਤੀ ਹੈ, ਉਹਦੇ ਉੱਤੋਂ ਸਿੱਖਾਂ ਦਾ ਦਾਅਵਾ ਖਤਮ ਕਰਨ ਦੇ ਲਈ ਤੇ ਇੱਥੇ ਨਵੇਂ ਸਮੀਕਰਨ ਘੜਨ ਦੇ ਲਈ ਜੋ ਕੁਝ ਚੱਲ ਰਿਹਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਬੀਤੇ ਦੌਰ ਵਿੱਚ ਬਹੁਤ ਸਾਰੇ ਇਹੋ ਜਿਹੇ ਵਰਗ ਜਿਹੜੇ ਸੱਚ ਨੂੰ ਮੰਨਣ ਤੋਂ ਇਨਕਾਰੀ ਸੀ, ਅੱਜ ਉਹਨਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ। ਜਦੋਂ ਬੀਤੇ ਦੌਰ ਵਿੱਚ ਇਤਰਾਜ਼ ਕੀਤਾ ਜਾਂਦਾ ਸੀ ਕਿ ਆਰੀਆ ਸਮਾਜ ਦੇ ਅਸਰ ਹੇਠ ਕਿਉਂ ਤੁਸੀਂ ਆਪਦੀ ਬੋਲੀ ਹਿੰਦੀ ਲਿਖਵਾ ਰਹੇ ਹੋ, ਤਾਂ ਜਿਹੜੇ ਝੁੱਡੂ ਕਹਿੰਦੇ ਸੀ ਐਡੀ ਇਹਦੇ ਨਾਲ ਕੀ ਹੋ ਜੂ, ਹੁਣ ਉਹ ਸਾਰੇ ਮੰਨਦੇ ਆ ਕਿ ਸਾਡੀ ਉਹ ਗਲਤੀ ਸੀ। ਅੱਜ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੀ ਉਮਰ ਵਡੇਰੀ ਹੋਣ ਕਰਕੇ ਉਹ ਚੇਤੇ ਕਰਦੇ ਆ ਤੇ ਲਾਹਣਤਾਂ ਪਾਉਂਦੇ ਆ ਆਪਦੇ ਆਪ ਨੂੰ ਕਿ ਉਦੋਂ ਅਸੀਂ ਕਿੰਨਾ ਘਟੀਆਪਣ ਕੀਤਾ। ਚੰਗੀ ਭਲੀ ਪੰਜਾਬੀ ਬੋਲਦੇ ਸੀ, ਪਰ ਜਦੋਂ ਸਰਵੇ ਵਾਲੇ ਆਏ, ਮਰਦਮਸ਼ੁਮਾਰੀ ਵਾਲੇ ਆਏ, ਅਸੀਂ ਖੁਦ ਕਿਹਾ ਕਿ ਜੀ ਬੋਲੀ ਵਾਲੇ ਖਾਨੇ ਵਿੱਚ ਹਿੰਦੀ ਲਿਖ ਦਿਓ। ਖੈਰ, ਗਲਤੀਆਂ ਦਾ ਅਹਿਸਾਸ ਜੇ ਮੌਕੇ ਸਿਰ ਹੋ ਜੇ ਤਾਂ ਕੋਈ ਉਹਦਾ ਆਨੰਦ ਸਵਾਦ ਹੁੰਦਾ। ਹੁਣ ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਹੈ। ਪੰਜਾਬ ਦੀ ਧਰਤੀ ਦੇ ਉਹ ਟੁਕੜੇ ਜਿਹੜੇ ਪੰਜਾਬ ਤੋਂ ਵੱਖਰੇ ਹੋ ਗਏ ਨੇ, ਹਿਮਾਚਲ ਅਤੇ ਹਰਿਆਣਾ,
ਉੱਥੇ ਦੇਖੋ ਪੰਜਾਬੀ ਬੋਲੀ ਦਾ ਕੀ ਹਾਲ ਹੈ, ਉੱਥੇ ਦੇਖੋ ਸਿੱਖ ਸੱਭਿਆਚਾਰ ਦਾ, ਸਿੱਖ ਸਿਵਲਾਈਜੇਸ਼ਨ ਦਾ ਕੀ ਹਾਲ ਹੈ। ਜੇ ਗੱਲ ਅਜੇ ਸਮਝ ਨਹੀਂ ਆ ਰਹੀ ਤਾਂ ਚੰਡੀਗੜ੍ਹ ਵੱਲ ਨਜ਼ਰ ਮਾਰ ਲਓ। ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਗਿਆ, ਉਹ ਸਾਡੇ ਪੰਜਾਬੀਆਂ ਦੀ ਧਰਤੀ ਹੈ। ਪਰ ਪੰਜਾਬੀ, ਇੱਥੋਂ ਦੇ ਮੂਲ ਵਾਸੀ, ਇੱਥੋਂ ਦੇ ਸਥਾਨਕ ਲੋਕ ਅੱਜ ਚੰਡੀਗੜ੍ਹ ਦੇ ਵਿੱਚ ਬੌਂਦਲੇ ਜੇ ਫਿਰਦੇ। ਚੰਡੀਗੜ੍ਹ ਦਾ ਸਾਰਾ ਹਿਸਾਬ ਕਿਤਾਬ ਹੌਲੀ 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 ਬਦਲਿਆ। ਉੱਥੇ ਕੇਂਦਰ ਦਾ ਕਬਜ਼ਾ ਆ। ਕੇਂਦਰੀ ਹਕੂਮਤ ਨੇ ਬੜੀ ਸਕੀਮ ਦੇ ਨਾਲ ਪੰਜਾਬ ਦੇ ਲੋਕਾਂ ਦੀ ਗਿਣਤੀ, ਆਬਾਦੀ ਉੱਥੋਂ ਕਿਵੇਂ ਘਟਾਈ, ਉਹਨੂੰ ਸਮਝਣ ਦੀ ਲੋੜ ਹੈ। ਨਾਲ ਹੀ ਇਹ ਸਮਝਣ ਦੀ ਲੋੜ ਹੈ ਕਿ ਕਿਵੇਂ ਬਾਹਰਲੇ ਸੂਬਿਆਂ ਦੇ ਹਿੰਦੀ ਜਾਂ ਹੋਰ ਬੋਲੀਆਂ ਬੋਲਣ ਵਾਲੇ ਲਿਆ ਕੇ ਇੱਥੇ ਵਸਾਏ ਗਏ। ਹਾਲਾਤ ਇਹ ਨੇ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਹੇਠਲੇ ਤੋਂ ਹੇਠਲੇ ਦਰਜੇ ਤੇ ਕੰਮ ਕਰਨ ਵਾਲੇ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ ਲੋਕ ਚੰਡੀਗੜ੍ਹ ਚ ਆ ਕੇ ਰਹਿਣ ਲੱਗ ਪਏ। ਉਹਨਾਂ ਨੂੰ ਪੰਜਾਬ ਦੇ ਵਿੱਚ ਵੱਡੇ ਤੋਂ ਵੱਡੇ ਰੱਜੇ ਪੁੱਜੇ ਪੰਜਾਬੀ ਬੰਦੇ ਦੀ ਕੋਈ ਕਦਰ ਨਹੀਂ, ਕੋਈ ਕੀਮਤ ਨਹੀਂ। ਉਹ ਕਹਿੰਦਾ ਤੁਹਾਨੂੰ ਪਤਾ ਅਸੀਂ ਕੌਣ ਹੁੰਨੇ ਆ। ਉਹਦੀ ਸੋਚ, ਉਹਦਾ ਸੋਚਣ ਦਾ ਢੰਗ, ਸਭ ਕੁਝ ਹੀ ਇਉਂ ਆ ਵੀ ਅਸੀਂ ਤਾਂ ਹਾਕਮਾਂ ਦੀ ਕੁੱਲ ਚੋਂ ਆ, ਤੁਸੀਂ ਗੁਲਾਮਾਂ ਦੀ ਕੁੱਲ ਚੋਂ ਆ। ਚੰਡੀਗੜ੍ਹ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਉੱਥੇ ਬਸੋਂ ਉਸਾਰੀਆਂ ਕੀਤੀਆਂ ਗਈਆਂ, ਵਿਚਾਲੇ ਕਈ ਥਾਵਾਂ ਤੇ ਖਾਲੀ ਥਾਂ ਛੱਡੇ ਹੋਏ ਸੀ। ਸਾਰੇ ਭਾਰਤ ਦੇ ਲੋਕਾਂ ਨੂੰ ਪੰਪ ਮਾਰਿਆ ਬਾਹਮਣਵਾਦੀਆਂ ਨੇ, ਇੰਡੀਅਨ ਏਜੰਸੀਆਂ ਨੇ, ਕਿ ਜੇ ਤੁਹਾਡੇ ਸੂਬੇ ਦੇ ਵਿੱਚ ਰੋਟੀ ਪਾਣੀ ਦਾ ਕੋਈ ਸਾਧਨ ਨਹੀਂ, ਜੇ ਤੁਹਾਡੇ ਇੱਥੇ ਵੱਡੀਆਂ ਜਾਤਾਂ ਵਾਲੇ ਜਲੀਲ ਕਰਦੇ ਆ, ਜੇਕਰ ਤੁਹਾਨੂੰ ਹਿੰਦੂ ਸ਼ਿਵ ਸੈਨਾ ਵਾਲੇ ਬੰਬੇ ਤੇ ਮਹਾਰਾਸ਼ਟਰ ਵਿੱਚ ਜਲੀਲ ਕਰਦੇ ਆ, ਸਾਰੇ ਭਾਰਤ ਵਿੱਚੋਂ ਜੁੱਤੀਆਂ ਖਾਂਦੇ ਲੋਕੋ, ਚਲੋ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਝੁੱਗੀਆਂ ਬਣਾ ਬਣਾ ਕੇ ਉਹ ਖਾਲੀ ਥਾਂ, ਜਿਹੜੇ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਆਲੇ ਦੁਆਲੇ ਵੱਡੀਆਂ ਇਮਾਰਤਾਂ ਖੜੀਆਂ ਕੀਤੀਆਂ ਗਈਆਂ, ਉਹ ਖਾਲੀ ਥਾਂ ਦੇ ਉੱਤੇ ਝੁੱਗੀਆਂ ਬਣਾ ਬਣਾ ਕੇ ਇਹ ਲੋਕ ਰਹਿਣ ਲੱਗ ਪਏ। ਫਿਰ ਭਾਰਤ ਸਰਕਾਰ ਨੇ ਅਗਲਾ ਕਦਮ ਚੱਕਿਆ ਕਿ ਜੀ ਇਹਨਾਂ ਲੋਕਾਂ ਲਈ ਆਪਾਂ ਝੁੱਗੀਆਂ ਖਤਮ ਕਰਨੀਆਂ ਨੇ, ਇਹ ਸ਼ਹਿਰ ਨੂੰ ਬੜਾ ਮਾੜਾ ਦਿਖਾ ਰਹੀਆਂ ਨੇ, ਤੇ ਇਹਨਾਂ ਲਈ ਆਪਾਂ ਫਲੈਟ ਬਣਾ ਕੇ ਦੇਣੇ। ਪੰਜਾਬੀ ਲੋਕਾਂ ਲਈ ਜਿਨ੍ਹਾਂ ਦੀਆਂ ਜ਼ਮੀਨਾਂ ਉਜਾੜ ਕੇ ਇਹ ਖੋਹ ਕੇ ਚੰਡੀਗੜ੍ਹ ਵਸਾਇਆ, ਉਹਨਾਂ ਦੇ ਤਾਂ ਪੈਰ ਨਹੀਂ ਲੱਗਣ ਦਿੱਤੇ। ਪਰ ਸਾਰੇ ਭਾਰਤ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਬੋਲੀ, ਧਰਮ, ਸੱਭਿਆਚਾਰ ਬਿਲਕੁਲ ਹੀ ਹੋਰ ਹੈ, ਉਹਨਾਂ ਲਈ ਇੱਥੇ ਫਲੈਟ ਉਸਾਰ ਕੇ ਦਿੱਤੇ ਗਏ। ਉਹਨਾਂ ਨੇ ਉਹ ਫਲੈਟ ਤਾਂ ਕਿਰਾਏ ਤੇ ਚੜਾਤੇ, ਆਪ ਫੇਰ ਝੁੱਗੀਆਂ। ਸੋ ਪੂਰੇ ਚੰਡੀਗੜ੍ਹ ਦਾ ਅੱਜ ਦਾ ਜਿਹੜਾ ਨਕਸ਼ਾ ਹੈ ਉਹ ਇਹ ਆ ਵੀ ਉੱਥੇ ਜੇਕਰ ਕੋਈ ਪੰਜਾਬੀ ਬੰਦਾ ਜਾਵੇ, ਉਹਨੂੰ ਪੰਜਾਬੀ ਬੋਲਣ ਤੋਂ ਔਖ ਲੱਗਦੀ ਆ, ਕਿਉਂਕਿ ਉੱਥੇ 99% ਬਾਹਰਲਿਆਂ ਦਾ ਕਬਜ਼ਾ ਹੈ। ਪੰਜਾਬ ਦੀ ਧਰਤੀ ਉੱਤੇ ਪੰਜਾਬੀ ਲੋਕਾਂ ਦੀਆਂ ਜ਼ਮੀਨਾਂ ਉਜਾੜ ਕੇ ਵਸਾਏ ਚੰਡੀਗੜ੍ਹ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੰਦੇ ਨੂੰ ਇਉਂ ਲੱਗਦਾ ਜਿਵੇਂ ਉਹ ਕਿਤੇ ਹੋਰ ਗ੍ਰਹਿ ਤੇ ਆ ਗਿਆ ਹੋਵੇ। ਤੇ ਦੂਜੇ ਸੂਬਿਆਂ ਦੇ ਬਾਹਰਲੇ ਲੋਕ ਜਿਹੜੇ ਬਿਲਕੁਲ ਹੀ ਹਲਕੇ ਤੋਂ ਹਲਕੇ ਕੰਮ ਕਰਨ ਵਾਲੇ ਵੀ ਨੇ, ਉਹ ਵੀ ਰੱਜੇ ਪੁੱਜੇ ਪੰਜਾਬੀ ਬੰਦੇ ਨੂੰ ਟੀਚਰਾਂ ਕਰਦੇ ਆ, ਤੇ ਉਹ ਪੰਜਾਬੀ ਬੰਦਾ ਸ਼ਰਮ ਨਾਲ ਮਰ ਜਾਂਦਾ ਹੈ ਕਿ ਸਾਡੀ ਧਰਤੀ ਉੱਤੇ ਸਾਡੀ ਚੱਲਦੀ ਹੋਈ ਨਹੀਂ। ਇਹ ਜਿਹੜਾ ਸਾਰਾ ਵਾਤਾਵਰਣ, ਸਾਰਾ ਮਾਹੌਲ ਮੈਂ ਡਿਸਕ੍ਰਾਈਬ ਕੀਤਾ, ਇਹਦੀ ਸਾਡੇ ਭਾਈਚਾਰੇ ਨੂੰ ਅਜੇ ਸਮਝ ਨਹੀਂ ਲੱਗਣੀ। ਸਮਝ ਲੱਗੇਗੀ ਜਿਨ੍ਹਾਂ ਦੀ ਅਕਲ, ਜਿਨ੍ਹਾਂ ਦੀ ਚੇਤਨਾ ਖੁੱਲੀ ਹੈ, ਉਹਨਾਂ ਨੂੰ ਹੁਣੇ ਹੀ ਲੱਗ ਰਹੀ ਹੈ। ਇਸ ਮੌਕੇ ਚੰਡੀਗੜ੍ਹ ਵਾਲਾ ਮਾਡਲ ਪੂਰੇ ਪੰਜਾਬ 'ਚ ਲਾਗੂ ਹੋ ਰਿਹਾ ਹੈ। ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਜਿੰਨੇ ਵੱਡੇ ਸ਼ਹਿਰ ਨੇ,
ਉੱਥੇ ਬਾਹਰਲਿਆਂ ਦੀ ਦਿਨੋਂ ਦਿਨ ਆਬਾਦੀ ਵੱਧ ਰਹੀ ਆ। ਪੂਰੇ ਪੰਜਾਬ ਦੇ ਵਿੱਚ ਬਾਹਰਲਿਆਂ ਦੀ ਆਬਾਦੀ ਵੱਧ ਰਹੀ ਆ ਤੇ ਸਾਡੇ ਮੂਲ ਵਾਸੀ ਪੰਜਾਬੀਆਂ ਦੀ, ਸਥਾਨਕ ਲੋਕਾਂ ਦੀ, ਸਿੱਖਾਂ ਦੀ ਆਬਾਦੀ ਘਟ ਰਹੀ। ਸਾਡੇ ਬੰਦੇ ਬਹੁਤ ਵੱਡੀ ਗਿਣਤੀ ਵਿੱਚ ਪਿਛਲੇ ਸੰਘਰਸ਼ ਦੇ ਵਿੱਚ ਹਕੂਮਤੀ ਦਹਿਸ਼ਤਗਰਦੀ ਦਾ, ਸਟੇਟ ਟੈਰੋਰਿਜ਼ਮ ਦਾ ਵਿਕਟਮ ਬਣੇ। ਬਹੁਤ ਸਾਰੇ ਮਾਰੇ ਗਏ, ਸ਼ਹਾਦਤਾਂ ਪਾ ਗਏ, ਬਹੁਤ ਸਾਰੇ ਜਾਨਾਂ ਬਚਾਉਣ ਲਈ, ਇੱਜ਼ਤਾਂ ਬਚਾਉਣ ਲਈ ਬਾਹਰਲੇ ਮੁਲਕਾਂ ਨੂੰ ਭੱਜ ਗਏ। ਸਾਡੀ ਆਬਾਦੀ ਘਟੀ। ਫਿਰ ਦੂਜਾ ਇਹ ਆਇਆ ਵੀ ਪਹਿਲਾਂ ਆਮ ਹੀ 5-5 6-6 ਘਰਾਂ 'ਚ ਬੱਚੇ ਹੁੰਦੇ ਸੀ। ਹਮ ਦੋ ਹਮਾਰੇ ਦੋ, ਇਹੋ ਜਿਹੀ ਬਿਮਾਰੀ ਸਾਨੂੰ ਪਈ ਕਿ ਅੱਜ ਬਹੁਤੇ ਘਰਾਂ 'ਚ ਇੱਕ ਹੀ ਨਿਆਣਾ, ਉਹਨੂੰ ਵੀ ਆਈਲਟਸ ਕਰਕੇ ਕੈਨੇਡਾ ਅਮਰੀਕਾ ਉੱਪਰਦਾ ਕਰਤਾ। ਕੁੱਲ ਮਿਲਾ ਕੇ ਸਾਡੀ ਆਬਾਦੀ ਅਸੀਂ ਆਪ ਵੀ ਘਟਾਈ, ਹਾਲਾਤਾਂ ਨੇ ਵੀ ਘਟਾਈ। ਦੂਜੇ ਪਾਸੇ ਇੱਥੇ ਆ ਕੇ ਦੇਖੋ, ਚੰਡੀਗੜ੍ਹ, ਜਲੰਧਰ, ਲੁਧਿਆਣਾ, ਜਿੱਥੇ ਵੀ ਮਰਜ਼ੀ ਜਾ ਕੇ ਕਿਸੇ ਝੁੱਗੀ 'ਚ ਨਜ਼ਰ ਮਾਰੋ, ਉੱਥੇ ਬੈਠੀ ਔਰਤ ਨੂੰ ਪੁੱਛ ਕੇ ਦੇਖੋ ਵੀ ਕਿੰਨੇ ਨਿਆਣੇ ਆ। 8, 9, 10, 11, 12, 6 ਤੋਂ ਉੱਪਰ ਨਿਆਣੇ ਆ ਜਿਨ੍ਹਾਂ ਦੇ। ਉਹਨਾਂ ਦੀ ਆਬਾਦੀ ਤੇ ਸਾਡੀ ਆਬਾਦੀ, ਸਾਡਾ ਬਣੂ ਕੀ? ਅੱਗੇ ਆ ਜਾਓ। ਸਾਡੇ ਪੰਜਾਬੀ ਬੋਲਣ ਵਾਲਿਆਂ ਦੀ ਜਦੋਂ ਆਬਾਦੀ ਹੀ ਘਟੂ ਤੇ ਹਿੰਦੀ ਬੋਲਣ ਵਾਲਿਆਂ ਦੀ ਆਬਾਦੀ ਹੀ ਜਦੋਂ ਵਧੂ, ਤਾਂ ਇਸ ਖਿੱਤੇ ਦੇ ਵਿੱਚ ਜਿਹੜਾ ਆਪਾਂ ਪੰਜਾਬੀ ਸੂਬਾ ਬਣਾਇਆ ਸੀ ਪੰਜਾਬੀ ਬੋਲੀ ਦੇ ਆਧਾਰ ਤੇ, ਉਹਦਾ ਕੋਈ ਅਰਥ ਰਹਿ ਗਿਆ? ਅੱਗੇ ਆ ਜਾਓ। ਜਦੋਂ ਕਿਸੇ ਕੌਮ ਦਾ ਸੱਭਿਆਚਾਰ, ਜਦੋਂ ਕਿਸੇ ਕੌਮ ਦੀ ਬੋਲੀ, ਜਦੋਂ ਕਿਸੇ ਕੌਮ ਦੇ ਆਰਥਿਕ ਹਿੱਤ ਸਭ ਕੁਝ ਲੁੱਟੇ ਜਾ ਰਹੇ ਹੋਣ ਤੇ ਉੱਪਰੋਂ ਲੁੱਟੀ ਜਾਂ ਲੁਟੇਰੀ ਧਿਰ ਦੇ ਨਾਲ ਸਟੇਟ ਖੜੀ ਹੋਵੇ, ਤਾਂ ਕੀ ਬਣ ਸਕਦਾ? ਜਿਹੜੀ ਵੀ ਕੋਈ ਗੜਬੜ, ਕੋਈ ਗਲਤ ਗੱਲ ਨੂੰ ਦੇਖ ਕੇ ਪੰਜਾਬ ਦੇ ਲੋਕ ਵਿਰੋਧ ਕਰਦੇ ਆ, ਤਾਂ ਦੋ ਤਰ੍ਹਾਂ ਦਾ ਹਮਲਾ ਹੁੰਦਾ। ਇੱਕ ਤਾਂ ਸਟੇਟ ਵੱਲੋਂ ਟੁੱਟ ਕੇ ਪੈ ਜਾਂਦੀ ਆ ਸਟੇਟ ਉਸ ਬੰਦੇ ਨੂੰ, ਦੂਜੇ ਪਾਸੇ ਸਾਡੇ ਵਿੱਚੋਂ ਇੱਕ ਕਾਮਰੇਡ ਹੁੰਦੇ ਨੇ, ਇੱਕ ਕਾਮਰੇਟ ਹੁੰਦੇ ਨੇ। ਕਾਮਰੇਡ ਤਾਂ ਉਹ ਆ ਜਿਨ੍ਹਾਂ ਨੂੰ ਮਾੜੀ ਮੋਟੀ ਫੇਰ ਵੀ ਕਮਿਊਨਿਜ਼ਮ ਦੀ ਅਕਲ ਹੈ। ਕਾਮਰੇਟ ਉਹ ਨੇ ਜਿਨ੍ਹਾਂ ਨੇ ਹਰ ਉਸ ਗੱਲ ਦਾ ਵਿਰੋਧ ਕਰਨਾ ਜਿਹੜੀ ਸਿੱਖੀ ਤੇ ਸਿੱਖਾਂ ਦੇ ਮਸਲੇ ਦੇ ਨਾਲ ਹੋਵੇ। ਯਾਨੀ ਕਿ ਪੰਥ ਅਤੇ ਪੰਜਾਬ, ਜਦੋਂ ਵੀ ਕੋਈ ਪੰਥ ਅਤੇ ਪੰਜਾਬ ਦੇ ਹਿਸਾਬ ਨਾਲ ਗੜਬੜ ਹੋਵੇ, ਉਹਦਾ ਵਿਰੋਧ ਹੋ ਰਿਹਾ ਹੋਵੇ, ਕਾਮਰੇਟਾਂ ਨੇ ਉਸ ਗੱਲ ਦੀ ਹਮਾਇਤ ਕਰਨੀ। ਜਿਵੇਂ ਜੇ ਪੰਜਾਬ ਦੇ ਸਥਾਨਕ ਲੋਕ ਇਹ ਕਹਿਣ ਕਿ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਨੂੰ ਬਾਹਰੋਂ ਆਏ ਲੋਕਾਂ ਦੀ ਸਮੱਸਿਆ ਹੈ, ਤਾਂ ਪੰਜਾਬ ਦੇ ਕਾਮਰੇਡ ਕਹਿਣਗੇ ਜੀ ਇਹ ਤਾਂ ਭਾਈ ਲਾਲੋ ਦੇ ਵਾਰਸ ਨੇ, ਤੁਸੀਂ ਤਾਂ ਸਿੱਖ ਹੋ, ਸਰਬੱਤ ਦਾ ਭਲਾ ਮੰਗਿਆ ਕਰੋ, ਇਹਨਾਂ ਦਾ ਸਤਿਕਾਰ ਕਰੋ, ਇਹ ਤਾਂ ਗਰੀਬ ਲੋਕ ਨੇ। ਨਹੀਂ ਭਾਈ, ਇਹ ਗਰੀਬ ਕਿਰਤੀ ਨਹੀਂ, ਇਹ ਸਾਡੀ ਬੋਲੀ, ਸਾਡੇ ਧਰਮ, ਸਾਡੇ ਸੱਭਿਆਚਾਰ ਲਈ ਸਮੱਸਿਆ ਨੇ, ਖਤਰਾ ਨੇ। ਖੈਰ, ਜਦੋਂ ਸਾਡੀ ਕੌਮ ਦੇ ਅੰਦਰ ਇਹ ਵਧੀਆ ਬੰਦਾ ਬਣਨ ਦੀ, ਸਾਊ ਬੰਦਾ ਬਣਨ ਦੀ, ਚੰਗਾ ਬੰਦਾ ਬਣਨ ਦੀ ਇੱਕ ਬਿਮਾਰੀ ਪੈ ਗਈ ਹੈ, ਜਿਹਦੇ ਨਾਲ ਚਾਹੇ ਸਾਡੀ ਕੌਮ ਦਾ ਕਹਾਣੀ ਹੁੰਦਾ ਹੋਵੇ, ਪਰ ਆਪਾਂ ਭੁਗਤਣਾ ਦੁਸ਼ਮਣ ਦੇ ਹੱਕ 'ਚ। ਸੋ ਦੁਸ਼ਮਣ ਦੇ ਘਾੜੇ ਦਾ ਦਸਤਾ ਬਣਨ ਵਾਲੇ ਇਹ ਲੋਕ ਜਿਹੜੇ ਪੰਜਾਬ ਅਤੇ ਪੰਥ ਦੇ ਹਿੱਤਾਂ ਦੇ ਉਲਟ ਭੁਗਤਦੇ ਨੇ, ਉਹਨਾਂ ਦਾ ਕੀ ਇਲਾਜ ਹੋ ਸਕਦਾ? ਅੱਜ ਤੱਕ ਸਾਡੀ ਪੰਜਾਬ ਦੀ ਜਾਂ ਇਸ ਧਰਤੀ ਦੀ ਗੱਲ ਕੌਣ ਕਰਦਾ ਰਿਹਾ? ਸਿੱਖ ਕਰਦੇ ਰਹੇ। ਤੇ ਜਦੋਂ ਹੀ ਸਾਰੇ ਇੰਡੀਆ ਦਾ ਮੀਡੀਆ ਪਿੱਟਣ ਲੱਗ ਜਾਂਦਾ ਕਿ ਇਹ ਤਾਂ ਖਾਲਿਸਤਾਨ ਮੰਗਦੇ ਆ। ਮੈਂ ਇੱਕ ਗੱਲ ਪਹਿਲੇ ਦਿਨ ਤੋਂ, ਜਦੋਂ ਤੋਂ ਮੈਂ ਹੋਸ਼ ਸੰਭਾਲੀ ਤੇ ਕੌਮੀ ਸੰਘਰਸ਼ ਦਾ ਹਿੱਸਾ ਬਣਿਆ, ਮਹਿਸੂਸ ਕਰਦਾ ਰਿਹਾ, ਪਰ ਮੈਂ ਉਹਨੂੰ ਆਪਦੇ ਜ਼ੁਬਾਨ ਤੇ ਲਿਆਉਣ ਤੋਂ ਜੱਕਦਾ ਰਿਹਾ ਕਿ ਹੋ ਸਕਦਾ ਮੇਰੀ ਸਮਝ ਠੀਕ ਨਾ ਹੋਵੇ। ਪਰ ਪਿਛਲੇ ਦਿਨੀ ਕੁਝ ਮਹਾਂਪੁਰਸ਼ਾਂ ਦੀਆਂ, ਵਿਦਵਾਨਾਂ ਦੀਆਂ ਗੱਲਾਂ ਸੁਣੀਆਂ ਤੇ ਮੇਰੇ ਜਿਹੜੀ ਦਿਲ ਵਿੱਚ ਗੱਲ ਆਉਂਦੀ ਸੀ, ਉਹੀ ਗੱਲ ਕਹੀ ਜਾ ਰਹੀ ਸੀ। ਕਿਹਾ ਜਾ ਰਿਹਾ ਸੀ ਕਿ 1947 ਤੋਂ
ਜਦੋਂ ਵੀ ਪੰਜਾਬ ਦੇ ਲੋਕਾਂ ਨੇ ਆਪਣੇ ਹੱਕ ਲਈ ਜਾਂ ਇਨਸਾਫ ਦੀ ਕੋਈ ਗੱਲ ਕੀਤੀ ਆ, ਤਾਂ ਦਿੱਲੀ ਵਾਲਿਆਂ ਨੇ ਇਹੀ ਸੋਚ ਕੇ ਡੀਲ ਕੀਤਾ ਕਿ ਇਹ ਖਾਲਿਸਤਾਨ ਮੰਗਦੇ। ਉਹਨਾਂ ਨੂੰ ਇਹੀ ਫਿਕਰ ਸੀ ਕਿ ਇਹ ਅੱਡ ਹੋਣਗੇ, ਤੇ ਇਹ ਅੱਡ ਹੋਣਗੇ ਤੇ ਆਹ ਸਹੂਲਤਾਂ ਉਦੋਂ ਇਹਨਾਂ ਨੂੰ ਮਜ਼ਬੂਤ ਕਰਨਗੀਆਂ। ਅੱਜ ਹੀ ਮੱਕੂ ਠੱਪ ਕੇ ਰੱਖੋ। ਸੋ ਜਿਹੜੀ ਵੀ ਗੱਲ ਜੇਕਰ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਬਿਹਾਰ ਜਾਂ ਕਿਸੇ ਹੋਰ ਸੂਬੇ ਦੇ ਲੋਕ ਮੰਗਣ, ਉਦੋਂ ਕੋਈ ਖਾਦਸ਼ਾ ਨਹੀਂ ਇੰਡੀਆ ਨੂੰ। ਪਰ ਜੇ ਪੰਜਾਬ ਦੇ ਲੋਕਾਂ ਨੇ ਉਹ ਗੱਲ ਮੰਗ ਲਈ, ਫਿਰ ਵਿਪਤਾ ਪੈ ਜਾਂਦੀ ਆ ਕਿ ਜੇ ਇਹ ਗੱਲ ਕਰਾਂ ਨੂੰ ਅੱਡ ਹੋ ਕੇ ਫਿਰ ਇਹ ਚੀਜ਼ ਲੈ ਜਾਣਗੇ। ਇਸੇ ਕਰਕੇ ਭਾਖੜਾ ਪਿਆਸ ਮੈਨੇਜਮੈਂਟ ਬੋਰਡ ਦਿੱਲੀ ਵਾਲਿਆਂ ਨੇ ਆਪਦੇ ਹੱਥ 'ਚ ਰੱਖਿਆ ਕਿ ਜੇ ਕਿਤੇ ਕੱਲ ਨੂੰ ਖਾਲਿਸਤਾਨ ਬਣ ਗਿਆ, ਇਹ ਤਾਂ ਉਧਰ ਚਲੇ ਜਾਊ ਭਾਈ, ਹੁਣ ਤੁਸੀਂ ਜੇਬ 'ਚ ਪਾ ਕੇ ਲੈ ਜਾਓਗੇ। ਯੂਨੀਵਰਸਿਟੀ ਚੰਡੀਗੜ੍ਹ ਵਾਲੀ, ਚੰਡੀਗੜ੍ਹ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ, ਜਿਹੜਾ ਆਹ ਬਿਜਲਈ ਸੋਮੇ, ਇਹ ਸਾਰੇ ਕਾਸੇ ਦੇ ਉੱਤੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਪਿਛਲੇ ਦਿਨੀ ਮੈਂ ਚਰਚਾ ਸੁਣ ਰਿਹਾ ਸੀ। ਵਿਦਵਾਨ ਸੱਜਣ ਕਹਿ ਰਹੇ ਸੀ ਕਿ ਇਹ ਐਵੇਂ ਨਹੀਂ ਉਹਨਾਂ ਨੇ ਇਸ ਤਰ੍ਹਾਂ ਕੀਤੀਆਂ ਹੋਈਆਂ, ਉਹਨਾਂ ਨੇ ਜਾਣ ਕੇ ਉਲਝਾਇਆ ਹੋਇਆ ਕਿ ਜੇ ਕਿਤੇ ਕੱਲ ਕਲਾਂ ਨੂੰ ਇਹ ਅੱਡ ਹੋਣ ਵਾਲੇ ਪਾਸੇ ਨੂੰ ਤੁਰਨ, ਤਾਂ ਇਹਨਾਂ ਦੀ ਕੌਮ ਦੇ ਵਿੱਚੋਂ ਰੰਡੀ ਰੋਣਾ ਪਾ ਕੇ ਬਹਿ ਜਾਣ ਕਿ ਆਪਾਂ ਨੂੰ ਆਹ ਨਹੀਂ ਮਿਲਣਾ, ਉਹ ਨਹੀਂ ਮਿਲਣਾ, ਛੱਡੋ ਪਰਾਂ ਖਾਲਿਸਤਾਨ ਦੀ ਗੱਲ ਨਾਲੋਂ ਤਾਂ ਆਪਾਂ ਇਹਨਾਂ ਨਾਲ ਰਹਿ ਕੇ ਛਿੱਤਰ ਖਾਈ ਚ। ਇਹੋ ਜਿਹੇ ਦੁਸ਼ਮਣ ਨਾਲ ਵਾਹ ਪਿਆ ਹੋਵੇ। ਖੈਰ, ਅੱਜ ਤੱਕ ਪੰਜਾਬ ਦੇ ਲੋਕ ਲੜਦੇ ਰਹੇ ਨੇ, ਅੱਜ ਹਾਲਾਤ ਬਦਲ ਰਹੇ ਨੇ। ਹੁਣ ਪੰਜਾਬ ਦੇ ਗੈਰ ਸਿੱਖ, ਖਾਸ ਤੌਰ ਦੇ ਉੱਤੇ ਹਿੰਦੂ ਭਾਈਚਾਰੇ ਦੇ ਵਿੱਚੋਂ ਲੋਕ ਸਾਹਮਣੇ ਆ ਰਹੇ ਨੇ ਕਿ ਉਹਨਾਂ ਨੇ ਵੀ ਇਹ ਸਮਝ ਲਿਆ ਕਿ ਸਾਡੀ ਬੋਲੀ, ਸਾਡੀ ਧਰਤੀ, ਸਾਡੇ ਹੱਕ, ਸਾਡੇ ਹਿੱਤਾਂ ਲਈ ਇਹ ਜਿਹੜੇ ਆਊਟਸਾਈਡਰਸ ਨੇ, ਜਿਹੜੇ ਬਾਹਰੋਂ ਆਏ ਲੋਕ ਨੇ, ਇਹ ਬਹੁਤ ਭਾਰੀ ਖਤਰਾ ਬਣ ਰਹੇ ਨੇ। ਪੰਜਾਬੀ ਲੋਕ ਜਿਹੜੇ ਨੇ ਉਹ ਦਿਨੋਂ ਦਿਨ ਇੱਥੇ ਆਪਣੇ ਹੱਕਾਂ ਤੇ ਹਿੱਤਾਂ ਨੂੰ ਖਤਰਾ ਮਹਿਸੂਸ ਕਰਦਿਆਂ ਹੋਇਆਂ ਆਊਟਸਾਈਡਰਸ ਦੇ ਖਤਰੇ ਤੋਂ ਸੁਚੇਤ ਹੋ ਰਹੇ ਨੇ। ਪਰ ਇੱਕ ਗੱਲ ਮੰਨਣੀ ਪਊ, ਹਾਲਾਤ ਹੱਥੋਂ ਨਿਕਲ ਚੁੱਕੇ ਨੇ। 2 ਸਾਲ ਪਹਿਲਾਂ ਕੁੰਬੜਾ ਮੋਹਾਲੀ ਦੇ ਕੋਲ ਇੱਕ ਆਊਟਸਾਈਡਰਸ ਨੇ ਪੰਜਾਬੀ ਮੁੰਡੇ ਦਾ ਨੁਕਸਾਨ ਕੀਤਾ ਸੀ, ਕਤਲ ਕਰਤਾ ਸੀ। ਉਦੋਂ ਇੱਕ ਬੀਬੀ ਮੀਡੀਆ ਦੇ ਵਿੱਚ ਬੋਲ ਰਹੀ ਸੀ ਕਿ ਜੇ ਹੁਣ ਲੜ ਪਈਏ, ਅਗਲੀ ਪੀੜ੍ਹੀ ਤੋਂ ਲੜਿਆ ਨਹੀਂ ਜਾਣਾ। ਇਹ ਗੱਲ ਵਾਕਿਆ ਹੀ ਸੱਚੀ ਹੈ। 1984 ਵਾਲੀ ਪੀੜ੍ਹੀ ਕੋਲ ਜੋ ਸ਼ਕਤੀ ਅਤੇ ਸਮਰੱਥਾ ਸੀ, ਉਹ ਅਗਲੀ ਪੀੜ੍ਹੀ ਕੋਲ ਉਹ ਜਿਹਾ ਸ਼ਾਇਦ ਜਜ਼ਬਾ ਨਾ ਹੋਵੇ। ਸੋ ਅੱਜ ਵਾਲੀ ਪੀੜ੍ਹੀ, ਜਿਹੜੀ ਅੱਜ ਵਾਲੀ ਪੀੜ੍ਹੀ ਨੂੰ ਬੀਬੀ ਵੰਗਾਰ ਰਹੀ ਸੀ, ਉਸ ਪੀੜ੍ਹੀ ਬਾਰੇ ਕੀ ਹੈ ਕਿ ਹਰ ਸਾਲ ਹਿਮਾਚਲ ਪ੍ਰਦੇਸ਼ ਜਾਂਦੇ ਆ, ਛਿੱਤਰ ਖਾ ਕੇ ਆਉਂਦੇ, ਹਰ ਵਾਰ ਜਲੀਲ ਹੋ ਕੇ ਆਉਂਦੇ ਆ। ਪਰਸੋਂ ਇੱਕ ਬੜਾ ਹੌਲਨਾਕ ਵਾਪਰਿਆ ਘਟਨਾਕ੍ਰਮ, ਜਿੱਥੇ ਪੰਜਾਬੀ ਮੁੰਡਿਆਂ ਨੂੰ ਧੂ ਕੇ ਛਿੱਤਰ ਫੇਰਿਆ ਜਾ ਰਿਹਾ ਸੀ। 15 ਜਾਣੇ ਹਿਮਾਚਲ ਦੇ ਲੋਕ ਕੁੱਟ ਰਹੇ ਸੀ, ਤੇ ਜੇ ਅੱਕ ਕੇ ਉਹਨੇ ਫਾਇਰ ਮਾਰਿਆ ਲੱਤ ਵਿੱਚ, ਸਿਰਫ ਡਿਫੈਂਸ ਵਿੱਚ, ਤਾਂ ਅੱਜ ਸਾਰੇ ਹਿਮਾਚਲ ਦੇ ਜਿਹੜੇ ਭਗਵੇਂ ਬ੍ਰਿਗੇਡ ਵਾਲੇ, RSS ਦੇ ਹਿੰਦੂ ਕੱਟੜਵਾਦ ਦੇ ਬੁਲਾਰੇ ਨੇ, ਉਹ ਲਗਾਤਾਰ ਪੰਜਾਬ ਦੇ ਲੋਕਾਂ ਦੇ ਖਿਲਾਫ ਭਕਾਈ ਮਾਰ ਰਹੇ ਨੇ, ਧਰਨੇ ਮੁਜ਼ਾਹਰੇ ਦੇਣ ਦੀਆਂ ਧਮਕੀਆਂ ਦੇ ਰਹੇ ਨੇ ਕਿ ਪੰਜਾਬੀਆਂ ਦੇ ਖਿਲਾਫ ਕਾਰਵਾਈ ਕਰੋ। ਉਹ ਪੰਜਾਬ ਜਿਹੜਾ ਸਾਡੇ ਬਜ਼ੁਰਗਾਂ ਨੇ, ਸਾਡੇ ਆਗੂਆਂ ਨੇ ਵਾਰ-ਵਾਰ ਸਾਨੂੰ ਕਿਹਾ ਕਿ ਜੀ ਆਪਾਂ ਤਾਂ ਇੰਡੀਆ ਦੇ ਬੜੀ ਸੇਵਾ ਕੀਤੀ ਆ, ਆਪਾਂ ਤਾਂ ਜੀ ਉਹਨਾਂ ਨੂੰ ਸੋਨਾ ਦਿੱਤਾ ਸੀ ਜਦੋਂ ਉਹਨਾਂ ਕੋਲੇ ਵਿਪਤਾ ਆ ਗਈ ਸੀ, ਆਪਾਂ ਤਾਂ ਜੀ ਕਰੋਨਾ ਵੇਲੇ ਇੰਡੀਆ ਦੀ ਬਾਹ ਫੜੀ, ਆਪਾਂ ਤਾਂ ਜੀ ਇਹਨਾਂ ਦੇ ਰਾਖੇ ਆ। ਅੱਜ ਸਿੱਖਾਂ ਦੀ ਪੱਗ ਸਾਰੇ ਭਾਰਤ ਵਿੱਚ ਰੁਲਦੀ ਫਿਰਦੀ। 1984 ਮੌਕੇ ਸਾਡੀ ਪੱਗ ਲੱਥੀ ਤਾਂ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਤਵੰਤ ਸਿੰਘ ਵਰਗਿਆਂ ਨੇ ਇਹਨਾਂ ਨੂੰ ਨਲਕੇ ਦੇ ਫਿਲਟਰ ਵਰਗੀ ਕਰਤਾ ਸੀ। ਅੱਜ ਕੀ ਕਰੀਏ? ਜਿਹੜੇ ਢੰਗ ਤਰੀਕੇ ਸਾਡੇ ਪੁਰਖਿਆਂ ਨੇ 18ਵੀਂ ਸਦੀ ਦੇ ਵਿੱਚ ਧਾੜਵੀਆਂ ਖਿਲਾਫ, ਹਮਲਾਵਰਾਂ ਖਿਲਾਫ ਵਰਤੇ, ਉਹ ਢੰਗ ਤਰੀਕੇ ਅੰਗਰੇਜ਼ਾਂ ਵੇਲੇ
ਨਹੀਂ ਕਾਰਗਰ ਸਾਬਤ ਹੋਏ, ਉਹਨਾਂ ਵੇਲੇ ਸਾਡੇ ਬਜ਼ੁਰਗਾਂ ਨੂੰ ਹੋਰ ਢੰਗ ਤਰੀਕੇ ਵਰਤਣੇ ਪਏ। ਜਿਹੜੇ ਢੰਗ ਤਰੀਕੇ ਬੀਤੇ ਦੌਰ ਵਿੱਚ ਸਾਡੀ ਹਰ ਮੈਦਾਨ ਫਤਿਹ ਕਰਦੇ ਰਹੇ, ਅੱਜ ਦੁਸ਼ਮਣ ਹੋਰ ਤਰੀਕੇ ਦਾ 1984 ਮੌਕੇ ਫੇਰ ਵੀ ਸਿੱਧਾ ਹਮਲਾ ਹੋਇਆ ਸੀ ਤੇ ਸਾਡੀ ਕੌਮ ਨੇ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਲੜਾਈ ਲੜੀ। ਇੰਦਰਾ ਵੈਦਿਆ ਤੋਂ ਲੈ ਕੇ ਬਿਆੰਤੇ ਬੁੱਚੜ ਤੱਕ ਪੁਲਸੀਏ, ਹੋਰ ਕੈਟ ਟਾਊਟ ਜਾਂ ਇੰਡੀਅਨ ਸਟੇਟ ਦੇ ਹੋਰ ਬੜੇ ਹੱਥ ਠੋਕਿਆਂ ਨੂੰ ਸੋਧੇ ਲਾਏ। ਪਰ ਅੱਜ ਜਿਹੜੀ ਟਕਨੀਕ ਦੁਸ਼ਮਣ ਵਰਤ ਰਿਹਾ, ਅੱਜ ਜਿਹੜਾ ਹਥਿਆਰ ਦੁਸ਼ਮਣ ਵਰਤ ਰਿਹਾ, ਉਹਦਾ ਤੋੜ ਕਿਹਦੇ ਕੋਲ ਆ? ਜਿਹੜੀ ਠੱਗੀ, ਹੇਰਾ ਫੇਰੀ, ਮਕਾਰੀ, ਚੋਰੀ ਤੇ ਢੀਠਪੁਣਾ, ਇਹ ਸਾਰੇ ਢੰਗ ਤਰੀਕੇ ਵਰਤ ਕੇ ਦੁਸ਼ਮਣ ਸਾਡੀ ਕੌਮ ਤੇ ਹਮਲੇ ਕਰ ਰਿਹਾ। ਕੀ ਇਹੀ ਢੰਗ ਤਰੀਕੇ ਅਸੀਂ ਵਰਤ ਸਕਦੇ ਹਾਂ? ਇਹ ਤਾਂ ਸਾਨੂੰ ਆਉਂਦੇ ਹੀ ਨਹੀਂ। ਸਿੱਖ ਨੂੰ ਜਿਹੋ ਜਿਹਾ ਗੁਰੂ ਸਾਹਿਬਾਨ ਨੇ ਘੜਿਆ, ਜਬੈ ਬਾਣ ਲਾਗਿਓ ਤਵੈ ਰੋਸ ਜਾਗਿਓ। ਆਪਾਂ ਆਪਣੇ ਕੌਮ ਦੇ ਹੱਕਾਂ ਲਈ, ਪੰਥ ਦੀ ਚੜ੍ਹਦੀ ਕਲਾ ਲਈ ਲੜ ਸਕਦੇ ਹਾਂ, ਪਰ ਤੀਰ ਨਾਲ ਲੜੀਏ, ਤਲਵਾਰ ਨਾਲ ਲੜੀਏ, ਕਿਹੜੇ ਹਥਿਆਰ ਨਾਲ ਲੜੀਏ? ਅੱਜ ਦੇ ਦੌਰ ਵਿੱਚ, ਅੱਜ ਦੇ ਮਾਹੌਲ ਵਿੱਚ ਦੁਸ਼ਮਣ ਦੇ ਹਮਲੇ ਜਿਹੜੇ ਨੇ, ਉਹਨਾਂ ਦੀ ਸਾਡੇ ਬੰਦਿਆਂ ਨੂੰ ਤਾਂ ਸਮਝ ਵੀ ਨਹੀਂ ਲੱਗਦੀ। ਕੀ ਕਦੇ ਕਿਸੇ ਨੂੰ ਇਹ ਸਮਝ ਲੱਗ ਸਕਦੀ ਹੈ ਕਿ ਕਿਸੇ ਕੌਮ ਨੂੰ ਮਾਰਨ ਲਈ ਦੂਜੀਆਂ ਕੌਮਾਂ ਦੇ ਬੰਦੇ ਲਿਆ ਕੇ ਉੱਥੇ ਅੰਨੀ ਦੇ ਥੇ ਵਸਾ ਦੋ ਤੇ ਕੌਮ ਨੂੰ ਵਿਪਤਾ ਪਾ ਦੋ? ਅੱਜ ਸਾਡੀ ਕੌਮ ਨੂੰ 1984 ਵਾਂਗੂ ਟੈਂਕਾਂ, ਤੋਪਾਂ, ਬੰਬਾਂ ਨਾਲ ਮਾਰਨ ਦੀ ਥਾਂ ਉਹਨਾਂ ਨੇ ਯੂਪੀ, ਬਿਹਾਰ ਦੇ ਤੇ ਸਾਰੇ ਭਾਰਤ ਦੇ ਹਿੰਦੀ ਬੋਲਣ ਵਾਲੇ ਲੋਕਾਂ ਦੀ ਇੰਨੀ ਵੱਡੀ ਆਬਾਦੀ ਲਿਆ ਕੇ ਬਿਠਾ ਦਿੱਤੀ ਹੈ। ਜੇ ਤੁਸੀਂ ਉਹਨਾਂ ਦੇ ਖਿਲਾਫ ਉੱਠਦੇ ਹੋ ਤਾਂ ਸਾਰੀ ਦੁਨੀਆ ਦੇ ਵਿੱਚ ਲੋਕ ਕਹਿਣਗੇ ਕਿ ਇਹ ਤਾਂ ਜੀ ਗਰੀਬ ਕਿਰਤੀਆਂ ਦੇ, ਕਿਉਂਕਿ ਇੱਥੇ ਸਾਡੇ ਵਿੱਚੋਂ ਹੀ ਬਥੇਰੇ ਆ ਜਿਨ੍ਹਾਂ ਨੇ ਰੰਡੀ ਰੋਣਾ ਪਾ ਲੈਣ, ਉਹਨਾਂ ਦੇ ਉਲਟ ਨੇ। ਇਹ ਹਮਲਾ ਹੈ 1984 ਦੇ ਹਮਲੇ ਬਾਰੇ ਸਾਨੂੰ ਸਭ ਪਤਾ। ਅਗਲੇ 5-6 ਦਿਨ ਆਪਾਂ ਉਹਦੀਆਂ ਗੱਲਾਂ ਵੀ ਕਰਨੀਆਂ ਨੇ। ਅਸੀਂ ਉਹਨਾਂ ਸੂਰਮਿਆਂ ਦੀ ਦਾਸਤਾਨ ਵੀ ਬਿਆਨ ਕਰਨੀ ਹੈ ਜਿਨ੍ਹਾਂ ਨੇ ਉਸ ਮੌਕੇ ਸਿਰਾਂ ਤੇ ਖੱਫਣ ਬੰਨ੍ਹ ਕੇ ਜੰਗ ਲੜੀ। ਸਤਿਕਾਰ ਹੈ ਉਹਨਾਂ ਦਾ, ਪਰ ਬੀਤੇ ਦੌਰ ਦੀਆਂ ਬਾਤਾਂ ਪਾਈ ਜਾਣੀਆਂ ਤੇ ਅੱਜ ਦੀ ਸਮੱਸਿਆ ਨੂੰ, ਅੱਜ ਦੇ ਹਮਲੇ ਨੂੰ ਚੇਤੇ ਹੀ ਨਾ ਕਰਨਾ, ਇਹ ਬਹੁਤ ਖਤਰਨਾਕ। ਕਹਿੰਦੇ ਆ ਨਨਕਾਣਾ ਸਾਹਿਬ ਦੇ ਸਾਕੇ ਤੋਂ ਫੌਰਨ ਬਾਅਦ ਅਕਾਲ ਤਖਤ ਸਾਹਿਬ ਦੇ ਸਨਮੁਖ ਦੀਵਾਨ ਸਜਿਆ ਤੇ ਝੱਬਰ ਸਾਹਿਬ ਨੇ ਇੱਕ ਕਵੀਸ਼ਰ ਜਿਹੜਾ ਉੱਥੇ ਗਾ ਰਿਹਾ ਸੀ, ਉਹਨੂੰ ਬਾਹ ਤੋਂ ਫੜ ਕੇ ਪਾਸੇ ਕੀਤਾ, ਕਿਹਾ ਕਿ ਆ ਜਿਹੜੇ ਤੁਸੀਂ ਸਾਨੂੰ ਬੀਤੇ ਦੌਰ ਦੇ ਪ੍ਰਸੰਗ ਸੁਣਾ ਰਹੇ ਹੋ, ਇਹ ਵਧੀਆ, ਮਾੜੇ ਨਹੀਂ, ਪਰ ਜਿਹੜਾ ਕੁਝ ਅੱਜ ਕੱਲ ਵਾਪਰ ਰਿਹਾ, ਜੋ ਅੱਜ ਕੱਲ ਸਾਡੀ ਕੌਮ ਦਾ, ਸਾਡੇ ਗੁਰਧਾਮਾਂ ਦਾ ਹਾਲ ਹੈ, ਜਿਸ ਤਰੀਕੇ ਨਾਲ ਮਹੰਤ, ਚੰਡਾਲ ਚੌਂਕੜੀ, ਬਾਹਮਣਵਾਦ ਅਤੇ ਅੰਗਰੇਜ਼ ਹਕੂਮਤ ਦੇ ਹੁੰਦਿਆਂ ਸਾਡਾ ਨੁਕਸਾਨ ਕਰ ਰਹੀ ਆ, ਇਹਦੇ ਬਾਰੇ ਦੱਸਣ ਦਾ, ਇਹਦੇ ਬਾਰੇ ਬਿਆਨ ਕਰਨ ਦਾ ਕੋਈ ਤੁਹਾਡੇ ਕੋਲੇ ਹੈਗਾ ਮਸਾਲਾ? ਉਹ ਕਹਿੰਦੇ ਜੀ ਇੱਕ ਅੱਧੀ ਕਵਿਤਾ ਤਾਂ ਹੈਗੀ, ਬਾਕੀ ਲਿਖ ਲਾਂਗੇ। ਬਹੁਤ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਲਹਿਰ ਵਾਲਿਆਂ ਦੇ ਦੌਰ ਤੋਂ ਚੱਲੇ ਆਉਂਦੇ ਢਾਡੀ ਰਾਗੀ ਕਥਾ ਕਵੀਸ਼ਰਾਂ ਨੇ ਉਹ ਸਾਰਾ ਕੁਝ ਬੋਲਿਆ, ਲਿਖਿਆ, ਗਾਇਆ। ਨਤੀਜਾ ਕੀ ਨਿਕਲਿਆ? ਗੁਰਦੁਆਰਾ ਸੁਧਾਰ ਲਹਿਰ ਚੱਲੀ। ਇਵੇਂ ਹੀ 1984 ਤੋਂ ਪਹਿਲਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਦਿਆਲਪੁਰੀ ਜੀ ਦਾ ਇੱਕ ਜਥਾ ਹੁੰਦਾ ਸੀ। ਜਦੋਂ ਉਹਨਾਂ ਨੇ ਤੂੰਬੀ ਨਾਲ, ਅਲਗੋਜਿਆਂ ਨਾਲ, ਹਾਰਮੋਨੀਅਮ ਨਾਲ ਗਾਉਣਾ ਤਾਂ ਲੋਕਾਂ ਨੇ ਨਾਲੇ ਤਾਂ ਆਪਣੇ ਧਰਮ ਨਾਲ ਜੁੜਨਾ, ਨਾਲੇ ਮੌਜੂਦਾ ਦੌਰ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਅੱਜ
ਦੇ ਦੌਰ ਵਿੱਚ ਲੜਨ ਮਰਨ ਲਈ ਤਿਆਰ ਹੋਣ। ਨਾਭੇ ਵਾਲੀਆਂ ਬੀਬੀਆਂ, ਹੋਰ ਬਹੁਤ ਸਾਰੇ ਜਥੇ 1984 ਤੋਂ ਬਾਅਦ ਚੇਤੇ ਕਰੋ ਪ੍ਰੋਫੈਸਰ ਦਰਸ਼ਨ ਸਿੰਘ, ਜਿਨ੍ਹਾਂ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੇ ਆਪਣੇ ਫਰਜ਼ ਨਿਭਾਏ। ਕਥਾ, ਕੀਰਤਨ, ਪ੍ਰਚਾਰਕ ਜੇਕਰ ਬੀਤੇ ਦੌਰ ਦੀਆਂ ਬਾਤਾਂ ਹੀ ਪਾਉਂਦੇ ਰਹਿਣ ਤੇ ਅੱਜ ਦੀ ਸਮੱਸਿਆ ਦੀ ਗੱਲ ਨਾ ਕਰਨ, ਅੱਜ ਦੇ ਦੌਰ ਵਿੱਚ ਜਿੱਥੇ 1978 ਤੋਂ ਚੱਲੇ ਸੰਘਰਸ਼ ਦੀ ਗੱਲ ਕਰਨੀ ਜ਼ਰੂਰੀ ਹੈ, ਉੱਥੇ ਵਿਦਵਾਨਾਂ ਲਈ, ਕਥਾਵਾਚਕਾਂ ਲਈ, ਪ੍ਰਚਾਰਕਾਂ ਲਈ, ਢਾਡੀਆਂ, ਰਾਗੀਆਂ, ਕਵੀਸ਼ਰਾਂ ਲਈ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਾਡੀ ਕੌਮ ਦੇ ਹਿੱਤਾਂ ਦਾ, ਸਾਡੇ ਧਰਮ ਦਾ ਘਾਣ ਹੋ ਰਿਹਾ ਹੈ, ਉਹਦੇ ਬਾਰੇ ਗੱਲ ਕਰਨ ਦੀ ਲੋੜ। ਪਰ ਤੁਸੀਂ ਦੇਖ ਸਕਦੇ ਹੋ ਸਾਰੇ ਭਾਰਤ ਵਿੱਚ ਜਦੋਂ ਜਿਹਦਾ ਜੀ ਕਰਦਾ ਸਿੱਖ ਦੀ ਪੱਗ, ਸਿੱਖ ਦੀ ਦਾੜੀ ਲਾ ਕੇ ਆਓ, ਸਾਡੇ ਬੰਦੇ ਉੱਥੇ ਕਹਿੰਦੇ ਸਾਡੀ ਤਾਂ ਭਾਰਤ ਵਿੱਚ ਚੜ੍ਹਾਈ ਬੜੀ ਹੈ, ਸਾਡੀ ਤਾਂ ਚੱਲਦੀ ਬੜੀ ਹੈ। ਦੇਖੋ ਤਾਂ ਸਹੀ, ਗਿਆਨੀ ਜੈਲ ਸਿੰਘ ਕਹਿੰਦੇ ਰਾਸ਼ਟਰਪਤੀ ਹੁੰਦਾ ਸੀ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਹੀਂ ਬਣਾਇਆ। ਆ ਭਗਵੰਤ ਮਾਨ ਕਹਿੰਦੇ ਇਹ ਕਿਹੜਾ ਸਿੱਖਾਂ ਦਾ ਨਹੀਂ, ਇਹ ਵੀ ਮੁੱਖ ਮੰਤਰੀ ਬਣਿਆ। ਫਲਾਨਾ ਜੇ ਤਬਕਾਨਾ, ਉਹ ਲਾਲਪੁਰਾ ਆ ਤੇ ਮਨਜਿੰਦਰ ਸਰਸਾ ਵਾਹ, ਦਾਦੂਵਾਲ ਉਹ ਧੁੰਮਾ ਆ। ਇਹਨਾਂ ਸਾਰਿਆਂ ਦੇ ਹੁੰਦਿਆਂ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਉਹ ਕੀ ਹੈ? ਤੇ ਸਾਡੀ ਕੌਮ ਨੂੰ ਮਸਾਲੇਦਾਰ ਚਟਪਟੀਆਂ ਹੋਰ ਗੱਲਾਂ ਦੀ ਲੋੜ ਹੁੰਦੀ ਆ। ਹਕੀਕਤ ਤੋਂ ਆਪਾਂ ਭੱਜ ਰਹੇ। ਸਾਡੀ ਕੌਮ ਤੇ ਹਮਲਾ ਜਾਰੀ ਆ, ਸਾਡੀ ਨਸਲਕੁਸ਼ੀ ਅੱਜ ਵੀ ਜਾਰੀ। ਪਰ ਸਾਡੀ ਕੌਮ ਕਹਿੰਦੀ ਆ ਜੀ ਚੋਂਦੀਆਂ ਚੋਂਦੀਆਂ ਸੁਣਾਇਆ ਕਰੋ। ਖੈਰ ਉਹੋ ਜਿਹੀਆਂ ਵੀ ਸੁਣਾ ਦਿੰਨੇ ਆ। ਤੁਹਾਡੇ ਸਭ ਦੇ ਸਾਹਮਣੇ ਹੈ ਕਿ ਬਿਕਰਮਜੀਤ ਸਿੰਘ ਮਜੀਠੀਏ ਨੇ ਥਾਣੇ ਉੱਤੇ ਉਵੇਂ ਹੀ ਹਮਲਾ ਕੀਤਾ, ਉਵੇਂ ਹੀ ਆਪਦਾ ਬੰਦਾ ਛੁਡਾਉਣ ਦਾ ਯਤਨ ਕੀਤਾ ਜਿਵੇਂ ਕੁਝ ਮਹੀਨੇ ਪਹਿਲਾਂ ਉਹਦੇ ਸ਼ਰੀਕ ਤਲਵੀਰ ਸਿੰਘ ਗਿੱਲ ਨੇ ਅੰਮ੍ਰਿਤਸਰ ਸ਼ਹਿਰ ਦੇ ਇੱਕ ਥਾਣੇ ਵਿੱਚ ਵੜ ਕੇ ਪੁਲਿਸ ਮੁਲਾਜ਼ਮਾਂ ਨੂੰ ਮਾੜਾ ਚੰਗਾ ਬੋਲ ਕੇ ਆਪਦਾ ਬੰਦਾ ਛੁਡਵਾਇਆ ਸੀ। ਪਰ ਬਿਕਰਮਜੀਤ ਸਿੰਘ ਮਜੀਠੀਏ ਨੂੰ ਕਿਸੇ ਨੇ ਕੁਛ ਨਹੀਂ, ਤਲਵੀਰ ਸਿੰਘ ਗਿੱਲ ਨੂੰ ਕਿਸੇ ਨੇ ਕੁਛ ਨਹੀਂ ਸੀ ਕਿਹਾ। ਤੇ ਬਿਕਰਮਜੀਤ ਸਿੰਘ ਮਜੀਠੀਆ ਅੱਜ ਸਾਡੇ ਲੋਕ ਕਹਿ ਰਹੇ ਨੇ ਕਿ ਜਦੋਂ ਭਾਈ ਅਮਰਤਪਾਲ ਸਿੰਘ ਆਪਦੇ ਇੱਕ ਸਾਥੀ ਨੂੰ ਜਿਹੜਾ ਪੁਲਿਸ ਹਿਰਾਸਤ ਵਿੱਚ ਸੀ ਉਹਨੂੰ ਛੁਡਵਾਉਣ ਦੇ ਲਈ ਉੱਥੇ ਆਪਣੇ ਸੰਗਤ ਦੇ ਨਾਲ ਗਿਆ, ਸਾਥੀਆਂ ਦੇ ਨਾਲ ਗਿਆ ਤੇ ਉੱਥੇ ਪਰਚਾ ਦਰਜ ਕਰਕੇ NSA ਲਾ ਕੇ ਉਹਨੂੰ ਡਿਬਰੂਗੜ੍ਹ ਚੱਕ ਕੇ ਮਾਰਿਆ ਤੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਤੇ ਤਸ਼ੱਦਦ ਢਾਇਆ ਗਿਆ। ਉਸ ਮੌਕੇ ਬਿਕਰਮਜੀਤ ਸਿੰਘ ਮਜੀਠੀਏ ਨੇ ਸਭ ਤੋਂ ਵੱਧ ਜ਼ਹਿਰ ਉਗਲੀ। ਇਹਦੇ ਬਿਲਕੁਲ ਬਰਾਬਰ ਚੱਲਦਾ ਰਿਹਾ ਰਵਨੀਤ ਸਿੰਘ ਬਿੱਟੂ। ਅੱਜ ਭਾਵੇਂ ਉਹ ਕਹਿ ਰਿਹਾ ਕਿ ਮੈਂ ਤਾਂ ਚਾਹੁੰਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਛੇਤੀ ਤੋਂ ਛੇਤੀ ਛੱਡ ਦਿੱਤਾ ਜਾਵੇ, ਪਰ ਗੱਲ ਇਹ ਹੈ ਕਿ ਜਿਹੜੀ ਕਰਤੂਤ, ਜਿਹੜੀ ਗੜਬੜ ਬਿਕਰਮਜੀਤ ਮਜੀਠੀਏ ਨੇ ਕੀਤੀ ਕਿ ਜੀ ਇਹਨੂੰ ਫੜ ਕੇ ਅੰਦਰ ਦਿਓ, ਡਿਬਰੂਗੜ੍ਹ ਮਾਰੋ ਚੱਕ ਕੇ, ਉਹੀ ਕੁਛ ਹੁਣ ਬਾਕੀ ਲੋਕ ਕਰਨ ਕਿ ਭਗਵੰਤ ਮਾਨਾ ਹੁਣ ਤੂੰ ਜਿਵੇਂ ਡਿਬਰੂਗੜ੍ਹ ਅਮਰਤਪਾਲ ਸਿੰਘ ਨੂੰ ਮਾਰਿਆ ਸੀ ਉਵੇਂ ਹੁਣ ਤੂੰ ਬਿਕਰਮਜੀਤ ਮਜੀਠੀਏ ਨੂੰ ਮਾਰ। ਇਹ ਤਾਂ ਕੋਈ ਗੱਲ ਨਾ ਬਣੀ, ਇਹ ਤਾਂ ਕੋਈ ਗੱਲ ਨਾ ਬਣੀ। ਜਿਹੜੀ ਗਲਤੀ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਉੱਪੜਦਾ ਕਰਕੇ ਇਹਨੇ ਕੀਤੀ ਹੈ ਉਹ ਗਲਤੀ ਹੈ। ਅੱਜ ਉਸ ਗੱਲ ਦਾ ਅਹਿਸਾਸ ਸ਼ਾਇਦ ਮਜੀਠੀਏ ਨੂੰ ਹੋ, ਜਿਹੜੇ ਇੱਥੇ ਚੱਕ ਕੇ ਚੈਨਲਾਂ ਵਾਲੇ, YouTube ਚੈਨਲਾਂ ਵਾਲੇ, ਜਿਨ੍ਹਾਂ ਦੇ ਬਾਰੇ ਮੈਂ ਬੜਾ ਗਰੰਟੀ ਨਾਲ ਕਹਿਣਾ ਕਿ ਇਹ ਸਾਡੀ ਕੌਮ ਦਾ, ਸਾਡੇ ਪੰਜਾਬ ਦੇ ਹੱਕਾਂ ਦਾ ਨੁਕਸਾਨ ਬਹੁਤਾ ਕਰ ਰਹੇ ਨੇ, ਫਾਇਦਾ ਪਤਾ ਨਹੀਂ ਕੋਈ ਕਰਦੇ ਆ ਕਿ ਨਹੀਂ। ਇਹਨਾਂ YouTube ਚੈਨਲਾਂ ਵਾਲਿਆਂ ਨੂੰ ਚਾਹੀਦਾ ਜਾ ਕੇ ਗਨੀਵ ਕੌਰ ਮਜੀਠੀਆ ਨੂੰ, ਹਰਸਿਮਰਤ ਕੌਰ ਮਜੀਠੀਆ ਨੂੰ, ਸੁਖਬੀਰ ਸਿੰਘ ਬਾਦਲ ਨੂੰ ਹੁਣ ਪੁੱਛਣ ਤੇ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਸਾਹਮਣੇ ਆਵੇ ਉਹਨੂੰ ਵੀ ਪੁੱਛਣ
ਕਿ ਭਾਈ ਜੇ ਤੁਸੀਂ ਥਾਣੇ ਜਾ ਕੇ ਆਪਦਾ ਬੰਦਾ ਛਡਾਉਣ ਦੀ ਗੱਲ ਕਰਦੇ ਤੇ ਉਹਨੂੰ ਤੁਸੀਂ ਕਹਿੰਦੇ ਹੋ ਠੀਕ ਆ, ਤੇ ਜੇ ਇਹੀ ਗੱਲ ਭਾਈ ਅਮਰਤਪਾਲ ਸਿੰਘ ਨੇ ਕਰ ਲਈ ਸੀ ਤਾਂ ਫਿਰ ਉਦੋਂ ਤੁਸੀਂ ਕਹਿੰਦੇ ਸੀ ਇਹ ਹਮਲਾ ਕਰਤਾ ਥਾਣੇ। ਮੰਨੋ ਕਿ ਗਲਤੀ ਸੀ, ਮੰਨੋ ਕਿ ਗਲਤੀ ਹੈ ਤਾਂ ਇਹ ਜਿਹੜਾ ਇਸ ਮੌਕੇ ਮਾਹੌਲ ਬਣਿਆ ਹੋਇਆ, ਇਹ ਸਿੱਖਾਂ ਦੀ ਸ਼ਕਤੀ ਪਾਟੋ ਧਾੜ ਆਪਸ ਵਿੱਚ ਹੀ ਲੜ ਲੜ ਕੇ ਮਰਨ ਵਾਲਾ ਕੰਮ ਸਾਡਾ ਹੋਇਆ। ਬੰਦੇ ਮਾੜੇ ਤੋਂ ਮਾੜੇ, ਪਰ ਜੇ ਕਿਤੇ ਇੰਡੀਅਨ ਸਟੇਟ ਵੱਲੋਂ, ਜੇ ਕਿਤੇ ਹਿੰਦੂ ਕੱਟੜਵਾਦ ਵੱਲੋਂ ਉਹ ਬਾਦਲ ਕੇ ਜਿਹੜੇ ਆਏ ਦਿਨ ਸਾਡੀ ਕੌਮ ਦੇ ਹੱਕਾਂ ਦੇ ਹਿੱਤਾਂ ਦੇ ਉਲਟ ਭੁਗਤਦੇ ਆ, ਜਿਨ੍ਹਾਂ ਨੇ ਸੱਤਾ ਵਿੱਚ ਆਉਂਦਿਆਂ ਸਾਡਾ ਬਹੁਤ ਨੁਕਸਾਨ ਕੀਤਾ, ਕੌਮ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ, ਸ਼੍ਰੋਮਣੀ ਕਮੇਟੀ ਦੇ, ਅਕਾਲੀ ਦਲ ਦੇ ਅਕਸ ਨੂੰ ਬਿਲਕੁਲ ਬਰਬਾਦ ਕਰ ਛੱਡਿਆ। ਜੇ ਕਿਤੇ ਇਹੋ ਜਿਹਾ ਮਾਹੌਲ ਬਣ ਜੇ ਕਿ ਸਟੇਟ ਵੱਲੋਂ ਕੋਈ ਨਵੰਬਰ 84 ਵਰਗਾ ਚੱਲ ਰਿਹਾ ਹੋਵੇ ਚੱਕਰ ਤੇ ਇਹਨਾਂ ਦੇ ਗਲਾਂ 'ਚ ਟਾਇਰ ਪੈਣ ਲੱਗ ਜਾਣ ਤਾਂ ਕੀ ਆਪਾਂ ਖੁਸ਼ ਹੋਵਾਂਗੇ? ਇਹ ਤਾਂ ਜਿਹੋ ਜਿਹੇ ਭੈੜੇ ਹੈਗੇ ਸੋ ਹੈਗੇ, ਇਹ ਤਾਂ ਬੇਅਕਲ ਹੈਗੇ ਸੋ ਹੈਗੇ, ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਤਾਂ ਹਰ ਪੱਗ ਵਾਲੇ ਨਾਲ ਨਫ਼ਰਤ ਆ। 1984 ਦੇ ਨਵੰਬਰ ਮਹੀਨੇ ਉਹਨਾਂ ਨੇ ਪੱਗ ਵੀ ਨਹੀਂ ਦੇਖੀ, ਪੰਜਾਬੀ ਬੋਲਣ ਵਾਲਿਆਂ ਨੂੰ ਕੜਾ ਦੇਖ ਦੇਖ ਕੇ ਗਲਾਂ 'ਚ ਟਾਇਰ ਪਾਏ ਸੀ ਉਹਨਾਂ ਨੂੰ ਕੋਈ ਮਤਲਬ ਨਹੀਂ, ਕੋਈ ਸਮਝੇ ਮੈਂ ਜੀ ਬਿਆਸ ਜਾਣਾ, ਮੈਂ ਤਾਂ ਜੀ ਫਲਾਨੇ ਬਾਬੇ ਨੂੰ ਮੰਨਦਾ, ਮੈਂ ਤਾਂ ਜੀ ਆਹ ਨਹੀਂ ਕਰਦਾ, ਮੈਂ ਤਾਂ ਉਹ ਨਹੀਂ ਕਰਦਾ। ਉਹਨਾਂ ਲਈ ਸਾਰੇ ਸਿੱਖ, ਉਹਨਾਂ ਲਈ ਸਾਰੇ ਦੇ ਸਾਰੇ ਸਿੱਖਾਂ ਦੇ ਵਿੱਚੋਂ ਉਹਨਾਂ ਨੂੰ ਸੰਤ ਭਿੰਡਰਾਂ ਵਾਲੇ ਦਿਖਦੇ। ਸੋ ਜਿਹੜਾ ਬਿਕਰਮਜੀਤ ਮਜੀਠੀਏ ਦਾ ਤੇ ਭਗਵੰਤ ਮਾਨ ਦਾ ਰਫੜ ਚੱਲ ਰਿਹਾ, ਇਹ ਆਪਣੀ ਥਾਂ ਤੇ ਹੈ, ਪਰ ਸੱਚੀ ਗੱਲ ਇਹ ਹੈ ਕਿ ਜਿਹਦੇ ਕੋਲੇ ਸਿਆਸਤ ਦੀ ਸੱਤਾ ਆ ਜਾਂਦੀ ਆ ਉਹ ਫਿਰ ਕੋਈ ਕਸਰ ਨਹੀਂ ਛੱਡਦਾ। ਅੱਜ ਆਮ ਆਦਮੀ ਪਾਰਟੀ ਵਾਲੇ ਗੰਦ ਪਾ ਰਹੇ ਨੇ, ਬਾਦਲ ਕਿਆਂ ਕੋਲੇ ਸੀ ਸੱਤਾ, ਉਹਨਾਂ ਨੇ ਗੰਦ ਪਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਦਿਨੀ ਜਿਹੜੀਆਂ ਵੋਟਾਂ ਪਈਆਂ ਕਿ ਕਿਤੇ ਝਾੜੂ ਖਿਲਾਰ ਛੱਡਿਆ ਮੁੰਡਿਆਂ, ਝਾੜੂ, ਹੁਣ ਝਾੜੂ ਹੈਗਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ। ਦੇਖੋ ਕਿੱਡੀ ਹਾਸੋਹੀਣੀ ਗੱਲ ਹੈ ਕਿ ਉਸ ਨੌਜਵਾਨ ਤੇ ਮੁਕੱਦਮਾ ਦਰਜ ਹੋਇਆ ਕਿ ਇਹਨੇ ਝਾੜੂ ਦੀ ਬੇਅਦਬੀ ਕੀਤੀ ਹੈ। ਝਾੜੂ ਦੀ ਬੇਅਦਬੀ FIR ਕੱਟੀ ਗਈ ਆ ਪੰਜਾਬ 'ਚ, ਝਾੜੂ ਦੀ ਵੀ ਬੇਅਦਬੀ ਹੈ। ਇੱਕ ਪਾਸੇ ਇਹੀ ਇੰਡੀਅਨ ਸਟੇਟ, ਇਹੀ ਪੰਜਾਬ ਸਰਕਾਰ ਸਰਸੇ ਵਾਲੇ ਨੂੰ, ਹਨੀਪ੍ਰੀਤ ਨੂੰ, ਪ੍ਰਦੀਪ ਕਲੇਰ ਨੂੰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੁਰਜ ਜਵਾਹਰ ਕੇ ਤੋਂ ਸਰੂਪ ਚੱਕ ਕੇ ਲੈ ਕੇ ਜਾ ਕੇ ਬਾਅਦ ਚ ਬਰਗਾੜੀ ਚ ਜੋ ਵਾਪਰਿਆ, ਬਹਿਬਲ ਜੋ ਵਾਪਰਿਆ, ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਨਹੀਂ ਪਾ ਰਹੇ, ਨਾ ਕੋਈ ਕਾਰਵਾਈ ਕਰ ਰਹੇ ਨੇ, ਪਰ ਝਾੜੂ ਦੀ ਕਹਿੰਦੇ ਬੇਅਦਬੀ ਹੋ। ਇਹ ਪਹਿਲਾ ਮੁਕੱਦਮਾ ਬਣਿਆ ਪੰਜਾਬ ਦੇ ਵਿੱਚ। ਹੁਣ ਝਾੜੂ ਤਾਂ ਗੰਦ ਸਾਫ਼ ਕਰਨ ਲਈ ਵਰਤਿਆ ਜਾਂਦਾ, ਉਹਨੂੰ ਗੰਦ ਲੱਗ, ਇਹ ਕਹਿੰਦੇ ਜੀ ਝਾੜੂ ਦੀ ਬੇਅਦਬੀ ਹੋ। ਕੀ ਟਿਚਰਾਂ ਕੀਤੀਆਂ ਜਾ ਰਹੀਆਂ ਸਨ, ਸਿੱਖਾਂ ਦੀ ਆਸਥਾ ਨੂੰ ਸੱਟ ਵੱਜੇ, ਸਿੱਖਾਂ ਦੇ ਸੱਚੇ ਸੁੱਚੇ ਪਾਕ ਪਵਿੱਤਰ ਉੱਚੇ ਸੁੱਚੇ ਸੰਕਲਪਾਂ ਨੂੰ ਠੇਸ ਲੱਗੇ, ਕੋਈ ਪਰਵਾਹ ਨਹੀਂ। ਝਾੜੂ ਦੀ ਬੇਅਦਬੀ ਦਿਨੋਂ ਦਿਨ ਇੰਡੀਅਨ ਸਟੇਟ ਦੇ ਜਿਹੜੇ ਹੱਥ ਚੁੱਕੇ ਆ ਉਹ ਸਾਡੀ ਕੌਮ ਨੂੰ ਜਲੀਲ ਕਰ ਰਹੇ। ਪਰ ਇਹੋ ਜਿਹੇ ਮਾਹੌਲ ਦੇ ਵਿੱਚ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਮੈਨੂੰ ਇੱਕ ਸੱਜਣ ਨੇ ਪੁੱਛਿਆ ਸੀ ਕਿ ਕਿਹੋ ਜਿਹਾ ਦੌਰ ਦੇਖ ਰਹੇ। ਮੈਂ ਕਿਹਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਗਲੇ 30-35 ਸਾਲ ਜਦੋਂ ਸਿੱਖਾਂ ਦਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਸੀ, ਮੈਨੂੰ ਉਹ ਦੌਰ ਦੇਖ ਰਿਹਾ। ਸੋ ਅੱਜ ਕਿਤੇ ਨਾ ਕਿਤੇ ਫੇਰ ਕੁਛ ਇਹੋ ਜਿਹੀ ਗੱਲ ਵਾਪਰ ਜਾਂਦੀ ਹੈ ਜਿੱਥੋਂ ਹਲਾਰਾ ਵੀ ਮਿਲਦਾ। ਆਪਾਂ ਨੂੰ ਪਤਾ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਰਿਵਾਰ
ਜਿਨ੍ਹਾਂ ਵਿੱਚ ਭਾਈ ਜਸਵੀਰ ਸਿੰਘ ਰੋਟੀ, ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ, ਇਹਨਾਂ ਦਾ ਆਪਸ ਵਿੱਚ ਹੀ ਕਾਫੀ ਵਿਰੋਧ ਰਿਹਾ। ਅੱਜ ਰੋਡੇ ਪਿੰਡ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਮੌਕੇ ਮਾਨ ਸਾਹਿਬ ਤੇ ਜਸਵੀਰ ਸਿੰਘ ਰੋਡੇ ਇਕੱਠੇ ਨੇ। ਅੱਜ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਲੀਡਰ ਉੱਥੇ ਪਹੁੰਚੇ ਹੈ ਸੰਤਾਂ ਦਾ ਜਨਮ ਦਿਨ ਮਨਾਉਣ ਲਈ। ਚੰਗੀ ਗੱਲ ਇਹ ਹੈ ਕਿ 12 ਫਰਵਰੀ ਨੂੰ ਲੰਮੇ ਅਰਸੇ ਤੋਂ ਜਨਮ ਦਿਨ ਮਨਾਉਂਦੀ ਆ ਰਹੀ ਮਾਨ ਦਲ ਦੀ ਲੀਡਰਸ਼ਿਪ ਆਖਰ 2 ਜੂਨ ਨੂੰ ਸੰਤਾਂ ਦਾ ਜਨਮ ਦਿਨ ਮਨਾਉਣ ਲਈ ਪਹੁੰਚੀ ਹੈ। ਤੇ ਇਹ ਇਤਿਹਾਸਕ ਜਿਹੜੀ ਤਰੁੱਟੀ ਸੀ, ਜਦੋਂ ਵੀ ਮੈਂ ਸੱਚ ਬੋਲਿਆ ਮੈਨੂੰ ਬੜਾ ਮਾੜਾ ਚੰਗਾ ਸੁਣਨਾ ਪਿਆ। ਮੈਂ ਕਹਿੰਦਾ ਰਿਹਾ ਕਿ ਸੰਤਾਂ ਦਾ ਜਨਮ ਜਿਹੜਾ ਜੂਨ ਮਹੀਨੇ ਦਾ, ਆਖਰ ਅੱਜ ਇਸ ਗੱਲ ਤੇ ਮਾਨ ਦਲ ਨੇ ਉੱਥੇ ਪਹੁੰਚ ਕੇ ਮੋਹਰ ਲਾ ਦਿੱਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਰ ਵੀ ਘਾਟਾਂ ਕਮਜ਼ੋਰੀਆਂ ਦੂਰ ਹੋਣ ਤੇ ਪੰਥ ਇਕਜੁੱਟ ਤੇ ਇਕਮੁੱਠ ਹੋਵੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।